सो रीसाइकलेबिलिटी और सैल्फ रेगूलेशन इन नेचर अज आप पढ़ांगे और ये 4 ऑर्डर्स जो ने वो भी पढ़ांगे अज। ठीक है, सब तो पहला गल कि रीसाइकलेबिलिटी की हुंदा है। रीसाइकलेबिलिटी का मतलब कि नेचर दे विच आपां जिन्नियां भी प्रोसैसिस देखते हैं सारियां ही साइकलिक ने। जिस पॉइंट तो आके स्टार्ट होंदियां ने उत्थे आके ख़त्म हो जांदियां ने, अगेन उत्थों स्टार्ट होंदियां ने और अगेन ख़त्म होंदियां ने। ठीक है, हर एक प्रोसैस साइकलिक है। जिद्दां कि साइकल ऑफ वाटर, ठीक है, स्कूल टाइम दे विच बहुत पढ़िया साइकल ऑफ वाटर, इवैपोरेटिंग, फिर कंडेंसिंग एंड दैन बैक टू प्रेसिपिटेटिंग वाटर साइकल दे विच। ठीक है, ईवन लाइफ का जो लाइफ की एग्जिस्टेंस है दैन डैथ है, दैट इज़ ऑल्सो साइकलिक प्रोसैस। हर एक चीज़ जी है वो साइकलिक प्रोसैस आ। ठीक है, सो यह है रिसाइकलेबिलिटी। दूसरी गल करते हैं आप सैल्फ रेगूलेशन की। सैल्फ रेगूलेशन की जो आप गल करते हैं ਉਹਦੇ ਵਿੱਚ ਪਹਿਲਾਂ ਤਾਂ ਇਹੀ ਜਦੋਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਆਪਾਂ ਸੈਲਫ ਰੈਗੂਲੇਸ਼ਨ ਦੇ ਬਾਰੇ ਪੜ੍ਹਿਆ ਸੀ, ਉਹਦੇ ਵਿੱਚ ਕੀ ਸੀਗਾ ਕਿ ਕੰਟਰੋਲ ਕਰਨਾ ਹੈ, ਮਾइंड ਨੂੰ ਕੰਟਰੋਲ ਕਰਨਾ ਹੈ, खुद ਨੂੰ ਕੰਟਰੋਲ ਕਰਨਾ, खुद ਨੂੰ ਰੈਗੂਲੇਟ ਕਰਨਾ, यानी कि ਸੈਲਫ ਨੂੰ ਰੈਗੂਲੇਟ ਕਰਨਾ है। राइट, रुकियो, हाँ जी हाँ जी, वेट अ मिनट। हाँ जी, सैल्फ रेगूलेशन मैं थोड़ा दसिया सी। ठीक है, तो वो जो सैल्फ रेगूलेशन सी दैट वाज इन ह्यूमन बीइंग। हुण इहदे विच आपां गल करनी है नेचर दी, क्योंकि जो अपना लास्ट लैक्चर होया सी UHV का, उहदे विच आपां 4 ऑर्डर्स पढ़े सी ना, मटीरियल ऑर्डर, प्लांट बायो ऑर्डर, फिर एनीमल ऑर्डर एंड दैन ह्यूमन ऑर्डर। और ये सारे दे सारे ही एक दूसरे दे नाल रिलेट करते हैं, सारे दे सारे एक दूसरे दे नाल कनैक्टेड ने। ठीक है, और इंटरडिपेंडेंट ने। सो दिस वॉज ऑल अबाउट नेचर। सो अगे अगर आप हम प्रोसीड कर रहे हैं तो वह भी की है नेचर का, तो हम सैल्फ रेगूलेशन भी की है नेचर दे विच, जिहदे विच आपां की करते हैं गल अगर आप करते हैं ना कि पॉपूलेशन की या फिर स्पीशीज़ की, ਉਹਦੇ ਵਿੱਚ ਕੀ ਹੈ ਜਿੱਦਾਂ ਹੁਣ ਟਾਈਗਰ ਹੋ ਗਿਆ ਜਾਂ ਡੀਅਰਸ ਹੋ ਗਏ ਜਾਂ ਗ੍ਰਾਸ ਹੋ ਗਿਆ, ਚਲੋ ਗ੍ਰਾਸ ਹੀ ਲੈ ਲਓ ਵੈਜੀਟੇਸ਼ਨ ਦੇ ਵਿੱਚ। ਇਹਨਾਂ ਦੀ ਕੀ ਹੁੰਦੀ ਆ ਕਿ ਪਾਪੂਲੇਸ਼ਨ ਜਿਹੜੀ ਆ ਮਤਲਬ ਐਨੀਮਲਸ ਦੀ ਅਤੇ ਪਲਾਂਟਸ ਦੀ ਪਾਪੂਲੇਸ਼ਨ ਕੀ ਆ ਵੱਧਦੀ ਰਹਿੰਦੀ ਆ, ਘਟਦੀ ਨਹੀਂ ਆ। ਅਗਰ ਪਾਪੂਲੇਸ਼ਨ ਘਟਦੀ ਹੈ ਤਾਂ ਫਿਰ ਕੀ ਕਰਦੇ ਆ ਆਪਾਂ ਬਰੀਡਿੰਗ ਕਰਵਾਉਂਦੇ ਉਹਨਾਂ ਦੀ ਐਨੀਮਲਸ ਦੀ। ਉਹਦੇ ਨਾਲ ਕੀ ਹੁੰਦਾ ਬਹੁਤ ਸਾਰੇ ਮੇਲ ਔਰ ਫੀਮੇਲਸ ਜਿਹੜੇ ਨੰਬਰ ਆਫ ਮੇਲ ਔਰ ਫੀਮੇਲਸ ਜਨਰੇਟ ਹੁੰਦੇ ਆ, ਜਿਹਨੂੰ ਕਹਿੰਦੇ ਆ ਪ੍ਰੋਕ੍ਰੀਏਸ਼ਨ। ठीक है, ਉਹਦੇ थ्रू ਉਹਦੇ ਨਾਲ ਕੀ ਹੁੰਦਾ ਹੈ ਕਿ ਸਪੀਸ਼ੀਜ਼ ਦੀ ਕੰਟੀਨਿਊਟੀ ਬਣੀ ਰਹਿੰਦੀ ਆ। ਰਾਈਟ, ਇੱਦਾਂ ਹੀ ਹਿਊਮਨ ਵਿੱਚ ਹੈ, ਲੇਕਿਨ ਹਿਊਮਨ ਵਿੱਚ ਹੁਣ ਥੋੜ੍ਹਾ ਇੱਦਾਂ ਆ ਕਿ ਮੇਲ ਨੂੰ ਪ੍ਰਾਇਓਰਿਟੀ ਦਿੱਤੀ ਜਾ ਰਹੀ ਆ, ਫੀਮੇਲਸ ਨੂੰ ਨਹੀਂ ਦਿੱਤੀ ਜਾ ਰਹੀ। ਰਾਈਟ, ਸੋ ਹਿਊਮਨ ਬੀਇੰਗਸ ਇਹ ਥੋੜ੍ਹਾ ਜਿਹਾ ਡਿਫਰੈਂਟ ਹੈ, ਲੇਕਿਨ ਹੈ ਇੱਦਾਂ ਹੀ ਕਿ ਕੰਟੀਨਿਊਟੀ ਚੱਲਦੀ ਰਹਿੰਦੀ ਹੈ। ਠੀਕ ਹੈ, ਸਪੀਸ਼ੀਜ਼ ख़त्म नहीं ਹੁੰਦੀਆਂ। कुछ स्पीशीज़ ਜਿਹੜੀਆਂ ਨੇ ਉਹ ख़त्म हो ਗਈਆਂ ਨੇ, ਐਕਸਟਿੰਕਟ ਹੋ ਗਈਆਂ ਨੇ, यानी कि नेचर ਦੇ ਵਿੱਚ ਰੈਗੂਲੇਸ਼ਨ ਸੈਲਫ ਰੈਗੂਲੇਸ਼ਨ ਬਣੀ ਹੋਈ ਹੈ, ਕੰਟੀਨਿਊਟੀ ਬਣੀ ਹੋਈ ਹੈ। ਅਗਰ ਗ੍ਰਾਸ ਇੱਕ ਜਗ੍ਹਾ 'ਤੇ ਹੈ ਤਾਂ ਉਹ ਦੂਸਰੀ ਜਗ੍ਹਾ 'ਤੇ ਵੀ ਉੱਗਦਾ ਆ, ਫਿਰ ਤੀਸਰੀ ਜਗ੍ਹਾ 'ਤੇ, ਉਹ ख़त्म नहीं ਹੁੰਦਾ। ਇੱਦਾਂ ਹੀ ਐਨੀਮਲਸ ਨੇ, ਇੱਦਾਂ ਹੀ ਹਿਊਮਨ ਬੀਇੰਗ ਦੀ ਪਾਪੂਲੇਸ਼ਨ ਹੈ। ਰਾਈਟ, ਅਗਰ ਕਿਸੇ ਐਨੀਮਲ ਦੀ ਪਾਪੂਲੇਸ਼ਨ ਘਟਦੀ ਹੈ ਤਾਂ ਫਿਰ ਉਹਨੂੰ ਬਰੀਡ ਕਰਵਾਇਆ ਜਾਂਦਾ ਹੈ, ਐਨੀਮਲਸ ਨੂੰ ਬਰੀਡ ਕਰਵਾਇਆ ਜਾਂਦਾ ਹੈ, ਇੱਦਾਂ ਹੀ ਪਲਾਂਟਸ ਨੂੰ ਵੀ ਬਰੀਡ ਕਰਵਾਇਆ ਜਾਂਦਾ ਹੈ। ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਸੈਲਫ ਰੈਗੂਲੇਸ਼ਨ ਨੇਚਰ ਦੇ ਵਿੱਚ ਬਣੀ ਰਹਿੰਦੀ ਹੈ। ਠੀਕ ਹੈ, ਉਹਨਾਂ ਦੀ ਗਰੋਥ ਹੁੰਦੀ ਰਹਿੰਦੀ ਹੈ, ਉਹਨਾਂ ਦੇ ਵਿੱਚ ਕੰਟੀਨਿਊਟੀ ਰਹਿੰਦੀ ਹੈ। ਹੁਣ ਗੱਲ ਕਰਦੇ ਹਾਂ ਇਹਦੇ 4 ਆਰਡਰਸ ਦੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਆਰਡਰ थिंग्स, दूसरा है एक्टिविटी, तीसरा है इनेटनेस और चौथा है नैचुरल करैक्टरिस्टिक्स। पहला गल करते हैं थिंग्स की। थिंग्स का की मतलब होंदा है, थिंग्स का मतलब वस्तु, कोई भी चीज़, कोई भी वस्तु। ठीक है, मान लो इत्थे मेरे हाथ च पेन है, दैट इज़ ऑल्सो थिंग। टेबल है, दैट इज़ ऑल्सो थिंग। ठीक है, फ़ोन है, वो भी थिंग है। मतलब मटीरियल कुछ, कोई चीज़, वस्तु,
ਜਿਹੜੀ ਪੜ੍ਹੀ ਸੀ ਆਪਾਂ ਛੋਟੇ ਹੁੰਦੇ ਕਲਾਸ ਵਿੱਚ, ਸਕੂਲ ਦੇ ਵਿੱਚ, ਨਾਊਨ ਪ੍ਰੋਨਾਊਨ, ਹੈ ਨਾ, ਉਦੋਂ ਆਪਾਂ ਬੜਾ ਕੁਝ ਪੜ੍ਹਿਆ ਸੀ ਨਾ, ਵਸਤੂ, ਚੀਜ਼। ਸੋ ਉਹ ਹੁੰਦੀ ਹੈ ਥਿੰਗ। ਥਿੰਗਸ ਦੇ ਵਿੱਚ ਪਹਿਲਾਂ ਗੱਲ ਕਰਦੇ ਮਟੀਰੀਅਲ ਆਰਡਰ ਸੀ। ਮਟੀਰੀਅਲ ਆਰਡਰਸ ਦੇ ਵਿੱਚ ਕੀ ਹੁੰਦੀਆਂ ਨੇ? ਮਟੀਰੀਅਲ ਆਰਡਰ ਯਾਨੀ ਕਿ ਕੋਈ ਵੀ ਮਟੀਰੀਅਲ, ਉਹ ਸਾਰੀਆਂ ਚੀਜ਼ਾਂ ਹੀ ਨੇ, ਠੀਕ ਹੈ, ਉਹ ਕੀ ਨੇ? ਥਿੰਗਸ ਹੀ ਨੇ। ਲਿਕੁਇਡ ਹੋ ਗਿਆ, ਗੈਸਿਸ ਹੋ ਗਈਆਂ, ਮੈਟਲਸ ਹੋ ਗਈਆਂ, ਜਾਂ ਕੁਛ ਸੋਇਲ ਦਾ ਮਿਕਸਚਰ ਲੈ ਲਓ, ਉਹ ਕੀ ਚੀਜ਼ਾਂ ਨੇ? ਸਾਰੀਆਂ ਥਿੰਗਸ। ਫਿਰ ਗੱਲ ਕਰਦੇ ਆ ਪਲਾਂਟ ਆਰਡਰਸ ਦੇ ਵਿੱਚ। ਪਲਾਂਟ ਆਰਡਰਸ ਦੇ ਵਿੱਚ ਵੀ ਜਿਹੜੇ ਸੈਲਸ ਨੇ, ਪਲਾਂਟਸ ਦੇ ਵਿੱਚ ਸੈਲਸ ਹੁੰਦੇ ਨੇ, ਉਹ ਸੈਲਸ ਗਰੋ ਕਰਦੇ ਨੇ ਤਾਂ ਹੀ ਪਲਾਂਟਸ ਗਰੋ ਕਰਦੇ ਆ, ਤਾਂ ਉਹ ਸੈਲਸ ਕੀ ਹੋ ਗਏ? ਥਿੰਗਸ, ਠੀਕ ਹੈ, ਪਲਾਂਟ ਦੇ ਵਿੱਚ। ਫਿਰ ਐਨੀਮਲਸ ਦੀ ਗੱਲ ਕਰਦੇ ਹਾਂ, ਅਤੇ ਇੱਦਾਂ ਹੀ ਐਨੀਮਲਸ ਦੇ ਵਿੱਚ ਵੀ, ਬੋਡੀ ਵਿੱਚ ਵੀ ਔਰ ਕੌਨਸ਼ੀਅਸਨੈਸ ਵਿੱਚ ਵੀ ਥਿੰਗਸ ਹੁੰਦੀਆਂ ਨੇ। ਬੋਡੀ ਵਿੱਚ ਔਰਗਨਸ ਹੋ ਗਏ, ਮਾਈਂਡ ਦੇ ਵਿੱਚ ਕੌਨਸ਼ੀਅਸਨੈਸ ਹੋ ਗਈ, ਦੈਟ ਇਜ਼ ਆਲਸੋ ਥਿੰਗਸ। ਹਿਊਮਨ ਦੇ ਵਿੱਚ ਵੀ ਸੇਮ, ਜਿੱਦਾਂ ਐਨੀਮਲਸ ਦੇ ਵਿੱਚ ਉੱਦਾਂ ਹੀ ਹਿਊਮਨ ਦੇ ਵਿੱਚ ਹੈ। ਅਗਰ ਨੌਲੇਜ ਹੈ ਹਿਊਮਨ ਦੇ ਵਿੱਚ ਤਾਂ ਉਹ ਵੀ ਥਿੰਗਸ। ਅਗਰ ਬੋਡੀ ਹੈ ਤਾਂ ਬੋਡੀ ਦੇ ਪਾਰਟਸ ਨੇ, ਦੈਟ ਇਜ਼ ਆਲਸੋ ਥਿੰਗਸ, ਠੀਕ ਹੈ। ਸੋ ਇਹ ਸੀਗਾ ਥਿੰਗਸ ਦੇ ਬਾਰੇ। ਹੁਣ ਗੱਲ ਕਰਦੇ ਹਾਂ ਸੈਕਿੰਡ ਆਰਡਰ, ਜੋ ਕਿ ਹੈ ਐਕਟੀਵਿਟੀ। ਐਕਟੀਵਿਟੀ ਮਤਲਬ ਕ੍ਰਿਆ, ਮਤਲਬ ਕੁਛ ਕਰਨਾ ਜਾਂ ਕੁਛ ਐਕਟੀਵਿਟੀ ਹੋਣੀ, ਠੀਕ ਆ, ਕੋਈ ਕੰਮ ਹੋਣਾ। ਜਿਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਮਟੀਰੀਅਲ ਆਰਡਰ ਦੀ। ਦੇਖੋ ਤੁਸੀਂ ਸ਼ਾਇਦ ਕਨਫਿਊਜ਼ ਹੋ ਗਏ ਹੋਵੋਗੇ ਇਸ ਚੀਜ਼ ਨੂੰ ਲੈ ਕੇ। ਮੈਂ ਤੁਹਾਨੂੰ ਕਲੀਅਰ ਕਰਦਾ ਕਿ ਆਪਣੇ ਕੋਲ 4 ਆਰਡਰਸ ਨੇ: ਥਿੰਗਸ, ਐਕਟੀਵਿਟੀ, ਇਨੇਟਨੈਸ ਔਰ ਨੈਚੁਰਲ ਕਰੈਕਟਰਿਸਟਿਕਸ। ਠੀਕ ਹੈ। ਇਹਨਾਂ 4 ਚੀਜ਼ਾਂ ਨੂੰ ਆਪਾਂ ਅੱਗੇ 4 ਦੂਸਰੇ ਆਰਡਰਸ ਦੇ ਵਿੱਚ ਦੇਖਣਾ ਆ। ਜਿੱਦਾਂ ਥਿੰਗਸ ਨੂੰ ਆਪਾਂ ਮਟੀਰੀਅਲ ਵਿੱਚ ਦੇਖਿਆ, ਫਿਰ ਆਪਾਂ ਥਿੰਗਸ ਨੂੰ ਦੇਖਿਆ ਐਨੀਮਲਸ ਦੇ ਵਿੱਚ, ਫਿਰ ਪਲਾਂਟਸ ਵਿੱਚ, ਫਿਰ ਹਿਊਮਨ ਬੀਇੰਗ ਦੇ ਵਿੱਚ, ਠੀਕ ਹੈ। ਇੱਦਾਂ ਹੀ ਹੁਣ ਦੂਸਰਾ ਕੀ ਹੈ? ਐਕਟੀਵਿਟੀ। ਇਹਨੂੰ ਆਪਾਂ ਦੇਖਣਾ ਹੈ ਮਟੀਰੀਅਲਸ ਦੇ ਵਿੱਚ, ਐਕਟੀਵਿਟੀ ਨੂੰ ਫਿਰ ਦੇਖਣਾ ਪਲਾਂਟਸ ਦੇ ਵਿੱਚ ਕਿ ਕਿਹੜੀਆਂ ਐਕਟੀਵਿਟੀਜ਼ ਪਲਾਂਟਸ 'ਚ ਹੁੰਦੀਆਂ ਨੇ, ਔਰ ਫਿਰ ਐਕਟੀਵਿਟੀਜ਼ ਦੇਖਣੀਆਂ ਆਪਾਂ ਐਨੀਮਲਸ ਦੇ ਵਿੱਚ, ਐਂਡ ਦੈਨ ਇਨ ਹਿਊਮਨ ਬੀਇੰਗ, ਠੀਕ ਹੈ। ਕਿਸੇ ਨੇ ਕਨਫਿਊਜ਼ ਨਹੀਂ ਹੋਣਾ, ਸਾਰਾ ਕੁਝ ਕਲੀਅਰ ਦੱਸਦਾ ਮੈਂ ਹੁਣ, ਰਾਈਟ। ਹੁਣ ਗੱਲ ਕਰਦੇ ਹਾਂ ਐਕਟੀਵਿਟੀ ਦੀ। ਐਕਟੀਵਿਟੀ ਮਟੀਰੀਅਲ ਦੇ ਵਿੱਚ ਐਕਟੀਵਿਟੀਜ਼ ਕੀ ਹੁੰਦੀਆਂ ਨੇ? ਮਟੀਰੀਅਲ ਦੇ ਵਿੱਚ ਕਹਿ ਸਕਦੇ ਹਾਂ ਆਪਾਂ, ਇੱਕ ਹੁੰਦੀ ਆ ਕੰਪੋਜੀਸ਼ਨ, ਇੱਕ ਹੁੰਦੀ ਆ ਡੀਕੰਪੋਜੀਸ਼ਨ। ਕੰਪੋਜੀਸ਼ਨ ਕੀ ਹੁੰਦੀ ਆ ਕਿ ਸਮੋਲਰ ਪਾਰਟੀਕਲਸ ਜਾਂ ਛੋਟੀਆਂ ਚੀਜ਼ਾਂ ਆਪਸ 'ਚ ਮਿਲ ਕੇ ਇੱਕ ਵੱਡਾ ਬਣਾਉਂਦੀਆਂ ਨੇ, ਕੋਈ ਵੀ ਵੱਡੀ ਚੀਜ਼ ਬਣਾ ਦਿੰਦੀਆਂ ਨੇ ਜਾਂ ਵੱਡਾ ਪਾਰਟੀਕਲ ਬਣਾ ਦਿੰਦੀਆਂ ਨੇ, ਠੀਕ ਹੈ, ਉਹ ਹੋ ਗਈ ਕੰਪੋਜੀਸ਼ਨ। ਦੂਸਰੀ ਹੈ ਡੀਕੰਪੋਜੀਸ਼ਨ। ਡੀਕੰਪੋਜੀਸ਼ਨ ਕੀ ਹੁੰਦੀ ਹੈ ਕਿ ਵੱਡਾ ਪਾਰਟੀਕਲ ਛੋਟੇ ਪਾਰਟੀਕਲਸ ਦੇ ਵਿੱਚ ਬ੍ਰੇਕ ਡਾਊਨ ਹੋ ਗਿਆ, ਦੈਟ ਇਜ਼ ਡੀਕੰਪੋਜੀਸ਼ਨ। ਯਾਨੀ ਕਿ ਮਟੀਰੀਅਲਸ ਦੇ ਵਿੱਚ ਇਹ 2 ਪ੍ਰੋਸੈਸਿਸ ਹੁੰਦੀਆਂ ਆ। ਐਗਜ਼ਾਮਪਲ ਤੁਹਾਨੂੰ ਦੇ ਦਿੰਦੀ ਹਾਂ ਚੇਅਰ ਦੀ। ਮੰਨ ਲਓ ਚੇਅਰ ਹੈ ਜਾਂ ਟੇਬਲ ਹੈ ਆਪਣੇ ਕੋਲ। ਜਦੋਂ ਲੱਕੜੀ ਦੇ ਜਾਂ ਵੁੱਡ ਦੇ ਛੋਟੇ ਪਾਰਟੀਕਲਸ ਨੇ, ਛੋਟੇ ਵੁਡਨ ਬਲੌਕਸ, ਉਹਨਾਂ ਨੂੰ ਛੋਟੇ ਹੁੰਦੇ ਨਾ, ਉਹ ਜਦੋਂ ਉਹਨਾਂ ਨੂੰ ਆਪਸ 'ਚ ਜੋੜਿਆ ਜਾਂਦਾ ਤਾਂ ਇੱਕ ਵੱਡੀ ਚੇਅਰ ਬਣ ਜਾਂਦੀ ਹੈ, ਠੀਕ ਹੈ। ਉਹ ਹੋ ਗਈ ਕੰਪੋਜੀਸ਼ਨ ਦੀ ਪ੍ਰੋਸੈਸ। ਜਦੋਂ ਉਹੀ ਚੇਅਰ ਬਹੁਤ ਪੁਰਾਣੀ ਹੋ ਜਾਂਦੀ ਆ, ਕਿੰਨੇ ਸਾਲਾਂ ਦੇ ਬਾਅਦ, ਫਿਰ ਉਹ ਟੁੱਟਣੀ ਸਟਾਰਟ ਹੋ ਜਾਂਦੀ ਹੈ, ਟੁੱਟਣ ਲੱਗ ਜਾਂਦੀ ਨਾ ਚੇਅਰ। ਫਿਰ ਉਹਦੀਆਂ ਲੈਗਸ ਟੁੱਟ ਜਾਂਦੀਆਂ ਨੇ, ਫਿਰ ਇੱਧਰ ਲੈਫਟ ਸਾਈਡ, ਰਾਈਟ ਸਾਈਡ 'ਤੇ ਜੋ ਆਰਮਸ ਹੁੰਦੀਆਂ ਨੇ ਉਹ ਟੁੱਟ ਜਾਂਦੀਆਂ ਨੇ। ਤਾਂ ਉਹ ਕੀ ਹੋ ਗਈ? ਇੱਕ ਚੇਅਰ ਕੀ ਹੋ ਗਈ? ਛੋਟੇ ਪਾਰਟੀਕਲਸ ਦੇ ਵਿੱਚ ਡਿਵਾਈਡ ਹੋ ਗਈ, ਟੁੱਟ ਗਈ, ਦੈਟ ਇਜ਼ ਕਾਲਡ ਡੀਕੰਪੋਜੀਸ਼ਨ, ਠੀਕ ਹੈ। ਸੋ ਕੰਪੋਜੀਸ਼ਨ ਔਰ ਡੀਕੰਪੋਜੀਸ਼ਨ ਪ੍ਰੋਸੈਸਿਸ ਜਾਂ ਐਕਟੀਵਿਟੀਜ਼, ਇਹ 2 ਐਕਟੀਵਿਟੀਜ਼ ਜਿਹੜੀਆਂ ਨੇ ਉਹ ਮਟੀਰੀਅਲ ਆਰਡਰਸ ਦੇ ਵਿੱਚ ਹੁੰਦੀਆਂ, ਠੀਕ ਹੈ। ਹੁਣ ਗੱਲ ਕਰੀਏ ਐਕਟੀਵਿਟੀਜ਼ ਇਨ ਪਲਾਂਟਸ ਦੇ ਵਿੱਚ ਵੀ ਕਿਹੜੀਆਂ ਐਕਟੀਵਿਟੀਜ਼ ਹੁੰਦੀਆਂ ਹੋਣਗੀਆਂ ਦੱਸੋ? ਪਲਾਂਟਸ ਦੇ ਵਿੱਚ ਵੀ ਸੇਮ ਕੰਪੋਜੀਸ਼ਨ ਔਰ ਡੀਕੰਪੋਜੀਸ਼ਨ। ਕੰਪੋਜੀਸ਼ਨ ਕੀ ਹੁੰਦੀ ਆ? ਜਦੋਂ ਸੈਲਸ ਜਿਹੜੇ ਨੇ, ਛੋਟੇ ਸੈਲਸ ਜਿਹੜੇ ਨੇ, ਉਹ ਆਪਸ ਦੇ ਵਿੱਚ ਜੁੜਦੇ ਨੇ ਔਰ ਪਲਾਂਟ ਬਣਦਾ, ਠੀਕ ਹੈ। ਜਦੋਂ ਆਪਾਂ ਨੂੰ ਇੱਦਾਂ ਨਹੀਂ ਪਲਾਂਟਸ ਦੇ ਸੈੱਲ ਦਿਖਦੇ ਨੇਕਡ ਆਈਜ਼ ਦੇ ਨਾਲ, ਆਪਾਂ ਪਲਾਂਟਸ ਦੇ ਸੈਲਸ ਦੇਖਦੇ ਹਾਂ ਥਰੂ ਅੰਡਰ ਮਾਈਕਰੋਸਕੋਪ,
ਠੀਕ ਹੈ। ਜਦੋਂ ਮਾਈਕਰੋਸਕੋਪ ਦੇ ਅੰਡਰ ਆਪਾਂ ਦੇਖਦੇ ਹਾਂ ਉਹਨਾਂ ਦੇ ਸੈਕਸ਼ਨਸ ਕੱਟੇ ਜਾਂਦੇ ਆ, ਤਾਂ ਸੈਕਸ਼ਨਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹ ਛੋਟੇ ਛੋਟੇ ਸੈੱਲਸ ਨਜ਼ਰ ਆਉਂਦੇ ਹੁੰਦੇ ਆਪਾਂ ਨੂੰ, ਜਿਹੜੇ ਨਾ ਜਿੱਦਾਂ ਇੱਕ ਦੀਵਾਰ ਬਣੀ ਹੁੰਦੀ ਆ, ਉਹਦੇ ਵਿੱਚ ਬ੍ਰਿਕਸ ਲੱਗੀਆਂ ਹੁੰਦੀਆਂ, ਇੱਟਾਂ ਲੱਗੀਆਂ ਹੁੰਦੀਆਂ ਆ, ਉੱਦਾਂ ਉਹ ਸੈੱਲਸ ਜਿਹੜੇ ਨੇ ਜੁੜੇ ਹੁੰਦੇ ਨੇ ਦੀਵਾਰ ਵਾਂਗੂ। ਅਤੇ ਜਿੱਦਾਂ ਜਿੱਦਾਂ ਉਹ ਸੈੱਲਸ ਜਿਹੜੇ ਨੇ ਵੱਧਦੇ ਜਾਂਦੇ ਆ, ਉੱਦਾਂ ਉੱਦਾਂ ਹੀ ਪਲਾਂਟ ਜਿਹੜਾ ਆ ਉਹ ਗਰੋ ਕਰਦਾ ਹੈ। ਠੀਕ ਹੈ। ਸੋ ਐਕਟੀਵਿਟੀ ਕਿਹੜੀ ਹੋ ਗਈ ਇਹ? ਕੰਪੋਜੀਸ਼ਨ ਦੀ। ਕਿਹਦੇ ਵਿੱਚ? ਪਲਾਂਟਸ ਦੇ ਵਿੱਚ। ਹੁਣ ਐਕਟੀਵਿਟੀ ਇੱਕ ਹੈਗੀ ਆ ਪਲਾਂਟਸ ਦੇ ਵਿੱਚ ਡੀਕੰਪੋਜੀਸ਼ਨ। ਉਦੋਂ ਕੀ ਹੁੰਦਾ ਆ ਡੀਕੰਪੋਜੀਸ਼ਨ ਦੇ ਵਿੱਚ? ਪਲਾਂਟਸ ਜਿਹੜੇ ਨੇ ਜਦੋਂ ਬਹੁਤ ਜ਼ਿਆਦਾ ਪੁਰਾਣੇ ਹੋ ਜਾਣ ਜਾਂ ਉਹਨਾਂ ਨੂੰ ਪ੍ਰੋਪਰ ਪਾਣੀ ਨਹੀਂ ਮਿਲਦਾ, ਠੀਕ ਹੈ, ਜਾਂ ਪ੍ਰੋਪਰ ਸੋਇਲ ਨਹੀਂ ਮਿਲਦੀ, ਤਾਂ ਉਦੋਂ ਕੀ ਹੋ ਜਾਂਦੇ ਨੇ? ਉਹ ਟੁੱਟਣੇ ਸਟਾਰਟ ਹੋ ਜਾਂਦੇ ਨੇ, ਸੈੱਲਸ ਜਿਹੜੇ ਨੇ ਉਹ ਡੈੱਡ ਹੋਣੇ ਸਟਾਰਟ ਹੋ ਜਾਂਦੇ ਆ, ਅਤੇ ਫਿਰ ਉਦੋਂ ਪਲਾਂਟ ਦੀ ਗਰੋਥ ਰੁਕ ਜਾਂਦੀ ਆ ਅਤੇ ਘੱਟ ਜਾਂਦੀ ਆ। ਠੀਕ ਹੈ। ਅਤੇ ਪਲਾਂਟ ਕੀ ਹੋ ਜਾਂਦਾ ਆ? ਡਿਕੇ। ਔਰ ਉਹ ਕਿਹੜੀ ਪ੍ਰੋਸੈਸ ਹੋ ਗਈ? ਡੀਕੰਪੋਜੀਸ਼ਨ। ਤੁਹਾਨੂੰ ਸਮਝ ਆ ਰਹੀ ਹੈ ਸਾਰੀ? ਹਾਂਜੀ, ਯੈਸ ਔਰ ਨੋ? ਸਮਝ ਆ ਰਹੀ ਹੈ ਸਾਰਾ? ਓਕੇ। ਸੋ ਪਲਾਂਟਸ ਦੇ ਵਿੱਚ ਕਿਹੜੀ ਐਕਟੀਵਿਟੀ ਹੋਈ? ਅਗੇਨ ਕੰਪੋਜੀਸ਼ਨ ਔਰ ਡੀਕੰਪੋਜੀਸ਼ਨ। ਤੀਸਰੀ ਗੱਲ ਕਰੀਏ ਹੁਣ ਐਨੀਮਲਸ ਦੇ ਵਿੱਚ। ਅਗੇਨ ਐਨੀਮਲਸ ਦੇ ਵਿੱਚ ਵੀ ਦੋ ਐਕਟੀਵਿਟੀਜ਼ ਹੁੰਦੀਆਂ। ਇੱਕ ਹੁੰਦੀਆਂ ਨੇ ਫਿਜ਼ੀਕੋ ਕੈਮੀਕਲ, ਯਾਨੀ ਕਿ ਜਿਹੜੀਆਂ ਬਾਡੀ ਦੇ ਵਿੱਚ ਹੁੰਦੀਆਂ ਆ, ਔਰ ਇੱਕ ਹੁੰਦੀਆਂ ਨੇ ਸੈਲਫ ਵਿੱਚ, ਯਾਨੀ ਕਿ ਜਿਹੜੀਆਂ ਕੌਨਸ਼ੀਅਸ ਹੁੰਦੀਆਂ ਨੇ, ਮਾਈਂਡ ਦੇ ਵਿੱਚ ਹੁੰਦੀਆਂ। ਐਨੀਮਲਸ ਦੇ ਵਿੱਚ ਫਿਜ਼ੀਕੋ ਕੈਮੀਕਲ ਐਕਟੀਵਿਟੀਜ਼ ਕਿਹੜੀਆਂ ਹੋ ਗਈਆਂ? ਰੈਸਪੀਰੇਸ਼ਨ, ਮਤਲਬ ਬਰੀਥ ਕਰਦੇ ਆ ਐਨੀਮਲਸ, ਠੀਕ ਹੈ, ਖਾਣਾ ਖਾਂਦੇ ਆ, ਫੂਡ, ਰਾਈਟ। ਸੋ ਇਹ ਕੀ ਹੋ ਗਈਆਂ ਚੀਜ਼ਾਂ? ਦੌੜਦੇ ਨੇ, ਭੱਜਦੇ ਨੇ। ਸੋ ਇਹ ਐਨੀਮਲਸ ਦੇ ਵਿੱਚ ਕੀ ਹੋ ਗਈਆਂ? ਫਿਜ਼ੀਕੋ ਕੈਮੀਕਲ, ਜਿਹੜੀਆਂ ਬਾਡੀ ਨਾਲ ਰਿਲੇਟਿਡ ਨੇ। ਠੀਕ ਹੈ। ਦੂਸਰੀ ਐਕਟੀਵਿਟੀ ਐਨੀਮਲਸ ਦੇ ਵਿੱਚ ਕਿਹੜੀ ਹੁੰਦੀ ਆ? ਕੌਨਸ਼ੀਅਸ ਐਕਟੀਵਿਟੀਜ਼। ਕੌਨਸ਼ੀਅਸ ਐਕਟੀਵਿਟੀਜ਼ ਜਿਹੜੀਆਂ ਐਜ਼ੰਪਸ਼ਨਸ ਹੋ ਗਈਆਂ। ਜਿੱਦਾਂ ਹੁਣ ਇੱਦਾਂ ਆ ਕਿ ਜੋ ਐਨੀਮਲਸ ਨੇ ਉਹ ਸੋਚਦੇ ਨਹੀਂ ਹੈਗੇ, ਠੀਕ ਹੈ, ਨਾ ਉਹਨਾਂ ਦੀਆਂ ਕੁਛ ਡਿਜ਼ਾਇਰਸ ਹੁੰਦੀਆਂ ਆ, ਨਾ ਉਹਨਾਂ ਨੂੰ ਆਪਣੇ ਵਾਂਗੂ ਕੁਛ ਨੌਲੇਜ ਹੁੰਦੀ ਹੈ, ਠੀਕ ਹੈ। ਉਹਨਾਂ ਦੇ ਵਿੱਚ ਕੌਨਸ਼ੀਅਸ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ ਨੇ? ਐਜ਼ੰਪਸ਼ਨਸ ਦੀਆਂ। ਉਹ ਸਿਰਫ ਐਜ਼ਿਊਮ ਕਰਦੇ ਆ ਚੀਜ਼ਾਂ। ਐਗਜ਼ਾਮਪਲ ਕਿਹੜੀ ਲਈਏ ਆਪਾਂ ਐਨੀਮਲਸ ਦੇ ਵਿੱਚ? ਮੰਨ ਲਓ ਐਗਜ਼ਾਮਪਲ ਦਿੰਦੇ ਹਾਂ ਕਿ ਡੋਗ ਰੱਖਿਆ ਹੈ ਤੁਸੀਂ ਘਰ ਦੇ ਵਿੱਚ, ਠੀਕ ਹੈ। ਤੁਹਾਨੂੰ ਉਹ ਜਾਣਦਾ ਆ, ਸਾਰੀ ਫੈਮਿਲੀ ਮੈਂਬਰਸ ਨੂੰ ਜਾਣਦਾ ਆ, ਪਛਾਣਦਾ ਹੈ ਉਹਨਾਂ ਨੂੰ, ਠੀਕ ਹੈ, ਔਰ ਉਹਨਾਂ ਨਾਲ ਬਹੁਤ ਅੱਛੇ ਤਰੀਕੇ ਨਾਲ ਰਹਿੰਦਾ ਆ। ਲੇਕਿਨ ਜਦੋਂ ਵੀ ਕੋਈ ਸਟ੍ਰੇਂਜਰ ਆਉਂਦਾ ਆ ਤੁਹਾਡੇ ਘਰ ਦੇ ਵਿੱਚ, ਤਾਂ ਉਹ ਕੀ ਕਰਦਾ ਆ? ਦੈਟ ਡੋਗ ਸਟਾਰਟਡ ਬਾਰਕਿੰਗ ਐਟ ਦੈਟ ਪਰਸਨ, ਠੀਕ ਹੈ, ਉਸ ਪਰਸਨ 'ਤੇ ਵਾਕ ਕਰਨਾ ਸਟਾਰਟ ਕਰ ਦਿੰਦਾ ਆ। ਫਿਰ ਜਦੋਂ ਉਹੀ ਇਨਸਾਨ ਜੋ ਸਟ੍ਰੇਂਜਰ ਹੈ 1-2 ਦਿਨ ਜਾਂ ਹਫ਼ਤਾ ਭਰ ਉਸ ਆਪਣੇ ਘਰ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਰਹਿੰਦਾ ਆ, ਫਿਰ ਉਹਦੇ ਨਾਲ ਬਿਲਕੁਲ ਨੋਰਮਲ ਹੋ ਜਾਂਦਾ ਹੈ, ਫਿਰ ਉਹਦੇ 'ਤੇ ਵਾਕ ਕਰਨਾ ਬੰਦ ਕਰ ਦਿੰਦਾ। ਸੋ ਇਹ ਕੀ ਹੋ ਗਿਆ ਕਿ ਉਹ ਐਜ਼ੰਪਸ਼ਨਸ ਨੇ, ਉਹ ਐਜ਼ਿਊਮ ਕਰ ਲੈਂਦੇ ਨੇ ਕਿ ਇਹ ਇਸ ਹੀ ਫੈਮਿਲੀ ਦਾ ਪਾਰਟ ਨੇ, ਠੀਕ ਹੈ। ਲੇਕਿਨ ਹੋਰ ਅਗਰ ਕੋਈ ਸਟ੍ਰੇਂਜਰ ਫਿਰ ਆਉਂਦਾ ਆ, ਫਿਰ ਉਹਦੇ 'ਤੇ ਉਹ ਸੇਮ ਰਿਐਕਸ਼ਨ ਦੇਵੇਗਾ। ਸੋ ਇਹ ਕੀ ਆ? ਇਹ ਕੌਨਸ਼ੀਅਸ ਐਕਟੀਵਿਟੀਜ਼ ਹੁੰਦੀਆਂ ਨੇ ਐਨੀਮਲਸ ਦੇ ਵਿੱਚ, ਠੀਕ ਹੈ। ਐਨੀਮਲਸ ਦੇ ਵਿੱਚ ਕੌਨਸ਼ੀਅਸ ਐਕਟੀਵਿਟੀਜ਼ ਹੁੰਦੀਆਂ ਨੇ। ਜਿੱਦਾਂ ਕੁਛ ਐਨੀਮਲਸ ਜਿਹੜੇ ਹੁੰਦੇ ਨੇ ਨਾ, ਕੁਛ ਪਰਟੀਕੂਲਰ ਲੋਕਾਂ ਦੇ ਨਾਲ ਰਹਿੰਦੇ ਨੇ ਉਹ, ਅਤੇ ਉਹਨਾਂ ਤੋਂ ਉਹ ਡਰਦੇ ਨਹੀਂ ਹੈਗੇ। ਲੇਕਿਨ ਹੋਰ ਅਗਰ ਕੋਈ ਸਟ੍ਰੇਂਜਰ ਆਉਂਦਾ ਤਾਂ ਉਹਦੇ ਤੋਂ ਉਹ ਡਰ ਜਾਂਦੇ ਆ। ਕਿਉਂ? ਉਹਨਾਂ ਤੋਂ ਕਿਉਂ ਨਹੀਂ ਡਰਦੇ ਦੂਸਰਿਆਂ ਤੋਂ? ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਤੋਂ ਸਾਨੂੰ ਕੋਈ ਖਤਰਾ ਨਹੀਂ ਹੈ। ਉਹਨਾਂ ਦੇ ਨਾਲ ਉਹਨਾਂ ਨੇ ਟਾਈਮ ਬਹੁਤ ਸਪੈਂਡ ਕੀਤਾ ਹੁੰਦਾ, ਉਹਨਾਂ ਦੀ ਇੱਕ ਐਜ਼ੰਪਸ਼ਨਸ ਹੁੰਦੀਆਂ ਨੇ, ਉਹਨਾਂ ਨੇ ਐਜ਼ਿਊਮ ਕੀਤਾ ਹੁੰਦਾ ਆ ਕਿ ਇਸ ਪਰਸਨ ਤੋਂ ਸਾਨੂੰ ਕੋਈ ਖਤਰਾ ਨਹੀਂ ਹੈ, ਠੀਕ ਹੈ। ਦੂਸਰੇ ਪਰਸਨ ਤੋਂ ਫਿਰ ਉਹ ਡਰਦੇ ਨੇ। ਸੋ ਇਹ ਐਕਟੀਵਿਟੀਜ਼ ਕੌਨਸ਼ੀਅਸ ਐਕਟੀਵਿਟੀਜ਼ ਹੁੰਦੀਆਂ ਨੇ, ਜਿਹੜੀਆਂ ਕਿ ਐਨੀਮਲਸ ਦੇ ਵਿੱਚ ਹੁੰਦੀਆਂ, ਠੀਕ ਹੈ। ਔਰ ਜਿਹੜੀਆਂ ਫਿਜ਼ੀਕੋ ਕੈਮੀਕਲ ਯਾਨੀ ਕਿ ਬਾਡੀ ਦੇ ਵਿੱਚ ਹੁੰਦੀਆਂ ਨੇ, ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ, ਜਿਵੇਂ ਉਹ ਫੂਡ ਖਾਂਦੇ ਨੇ, ਠੀਕ ਹੈ, ਇੰਜੈਸਟ ਕਰਦੇ ਨੇ, ਡਾਈਜੈਸਟ ਕਰਦੇ ਨੇ, ਔਰ ਰੈਸਪੀਰੇਸ਼ਨ ਹੁੰਦੀ ਉਹਨਾਂ ਦੇ ਵਿੱਚ, ਬਰੀਦਿੰਗ ਕਰਦੇ ਆ ਉਹ, ਠੀਕ ਹੈ। ਸੋ ਉਹ ਹੋ ਗਈਆਂ ਉਹਨਾਂ ਦੀਆਂ ਬਾਡੀ ਦੀਆਂ ਐਕਟੀਵਿਟੀਜ਼। ਹੁਣ ਆਪਾਂ ਗੱਲ ਕਰੀਏ ਕਿ ਹਿਊਮਨ ਦੇ ਵਿੱਚ ਐਕਟੀਵਿਟੀਜ਼ ਕਿਹੜੀਆਂ ਨੇ। ਹਿਊਮਨ ਦੇ ਵਿੱਚ ਵੀ ਅਗੇਨ ਜੋ ਐਨੀਮਲਸ ਵਿੱਚ ਹੈ ਉਹ ਹਿਊਮਨਸ ਵਿੱਚ ਵੀ ਹੈ।
ਐਨੀਮਲ ਦੇ ਵਿੱਚ ਕਿਹੜੀ ਸੀਗੀ ਫਿਜ਼ੀਕੋ ਕੈਮੀਕਲ ਅਤੇ ਕੌਨਸ਼ੀਅਸ ਵਾਲੀ, ਅਤੇ ਇੱਧਰ ਵੀ ਫਿਜ਼ੀਕੋ ਕੈਮੀਕਲ ਔਰ ਕੌਨਸ਼ੀਅਸ। ਸਭ ਤੋਂ ਪਹਿਲਾਂ ਫਿਜ਼ੀਕੋ ਕੈਮੀਕਲ ਤਾਂ ਸੇਮ ਹੀ ਹੈ, ਹੋ ਸਕਦਾ ਆ ਜਿਹੜੇ ਕੁਛ ਹੋਰ ਮੈਕੈਨਿਜ਼ਮਸ ਜਿਹੜੇ ਕਿ ਬਾਡੀ ਦੇ ਅੰਦਰ ਨੇ ਉਹ ਡਿਫਰੈਂਟ ਨੇ, ਠੀਕ ਹੈ, ਬਾਡੀ ਸਟਰਕਚਰ ਡਿਫਰੈਂਟ ਐਨੀਮਲਸ ਦੇ ਨਾਲੋਂ ਹਿਊਮਨ ਦੀ, ਲੇਕਿਨ ਉਹਨਾਂ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਨੇ ਉਹ ਸੇਮ ਨੇ। ਜਿੱਦਾਂ ਕਿ ਹਿਊਮਨ ਵੀ ਰੈਸਪਾਇਰ ਕਰਦਾ ਆ, ਠੀਕ ਹੈ, ਆਪਾਂ ਬਰੀਥ ਕਰਦੇ ਐਨੀਮਲਸ ਵਾਂਗੂ, ਆਪਾਂ ਖਾਣਾ ਇੰਜੈਸਟ ਕਰਦੇ ਹਾਂ, ਡਾਈਜੈਸਟ ਕਰਦੇ ਹਾਂ, ਰਨਿੰਗ ਕਰਦੇ ਹਾਂ, ਠੀਕ ਹੈ। ਲੇਕਿਨ ਹੁਣ ਜਦੋਂ ਗੱਲ ਕਰੀਏ ਕੌਨਸ਼ੀਅਸ ਐਕਟੀਵਿਟੀਜ਼ ਦੀ, ਉਹ ਹਿਊਮਨ ਤੋਂ ਐਨੀਮਲਸ ਤੋਂ ਹਿਊਮਨ ਦੀਆਂ ਡਿਫਰੈਂਟ ਨੇ, ਕਿਉਂਕਿ ਐਨੀਮਲਸ ਜਿਹੜੇ ਨੇ ਉਹਨਾਂ ਦਾ ਬ੍ਰੇਨ ਇੰਨਾ ਜ਼ਿਆਦਾ ਡੈਵਲਪਡ ਨਹੀਂ ਹੈਗਾ ਕਿ ਉਹ ਡਿਜ਼ਾਇਰਸ ਉਹਨਾਂ ਦੀਆਂ ਹੋਣ ਜਾਂ ਉਹਨਾਂ ਨੂੰ ਨੌਲੇਜ ਹੋਵੇ ਜਾਂ ਉਹ ਚੀਜ਼ਾਂ ਸਮਝ ਲੈਣ। ਤਾਂ ਇਹ ਐਕਟੀਵਿਟੀਜ਼ ਕਿਹਦੇ 'ਚ ਹੁੰਦੀਆਂ ਹਿਊਮਨ ਬੀਇੰਗ ਦੇ ਵਿੱਚ। ਤਾਂ ਹਿਊਮਨ ਬੀਇੰਗ ਕੀ ਕਰਦਾ, ਉਹਨੂੰ ਨੌਲੇਜ ਹੁੰਦੀ ਆ, ਥਿੰਕਿੰਗ ਆਪਾਂ ਕਰਦੇ ਹਾਂ ਹਿਊਮਨ ਬੀਇੰਗ, ਠੀਕ ਹੈ, ਡਿਜ਼ਾਇਰਸ ਹੁੰਦੀਆਂ ਨੇ, ਟੇਸਟ ਵੀ ਕਰਦੇ ਹਾਂ ਆਪਾਂ ਚੀਜ਼ਾਂ ਸਿਲੈਕਟ ਕਰਦੇ ਹਾਂ, ਠੀਕ ਹੈ। ਸੋ ਇਹ ਜਿਹੜੀਆਂ ਕੌਨਸ਼ੀਅਸ ਐਕਟੀਵਿਟੀਜ਼ ਨੇ ਇਹ ਹਿਊਮਨ ਬੀਇੰਗ ਦੇ ਵਿੱਚ ਹੁੰਦੀਆਂ। ਓਕੇ, ਸੋ ਇਹਦੇ ਨਾਲ ਇੱਕ ਆਪਾਂ ਹੁਣ ਥਿੰਗਸ ਪੜ੍ਹਿਆ ਔਰ ਦੂਸਰਾ ਪੜ੍ਹਿਆ ਆਪਾਂ ਐਕਟੀਵਿਟੀ। ਤੀਸਰਾ ਪੁਆਇੰਟ ਆਪਣੇ ਕੋਲ ਹੈ ਇਨਿਟਨੈਸ। ਇਨਿਟਨੈਸ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਇਨਿਟਨੈਸ ਦਾ ਮਤਲਬ ਕੀ ਹੁੰਦਾ ਹੈ, ਕਿਸੇ ਨੂੰ ਪਤਾ ਹੈ ਵਾਟ ਇਨਿਟਨੈਸ ਮੀਨਸ? ਇਨਿਟਨੈਸ ਨਹੀਂ ਪਤਾ? ਇਨਿਟਨੈਸ ਹੁੰਦਾ ਆ ਕੋਈ ਵੀ ਚੀਜ਼, ਕੋਈ ਵੀ ਪ੍ਰੋਸੈਸ ਜੋ ਕਿ ਚੇਂਜੇਬਲ ਨਹੀਂ ਹੈਗੀ, ਜੋ ਚੇਂਜ ਨਹੀਂ ਹੋ ਸਕਦੀ, ਠੀਕ ਹੈ, ਜਿਹੜੀ ਚੇਂਜ ਨਹੀਂ ਹੋਏਗੀ। ਸੋ ਇਨਿਟਨੈਸ ਦੇ ਵਿੱਚ ਹੁਣ ਇਹ ਜਿਹੜੀ ਆਪਾਂ ਇੱਕ ਚੀਜ਼ ਹੈ ਇਨਿਟਨੈਸ, ਇਹਨੂੰ ਆਪਾਂ ਪੜ੍ਹਨਾ ਆ ਮਟੀਰੀਅਲ ਦੇ ਵਿੱਚ, ਪਲਾਂਟਸ ਦੇ ਵਿੱਚ, ਐਨੀਮਲਸ ਦੇ ਵਿੱਚ ਅਤੇ ਹਿਊਮਨਸ ਦੇ ਵਿੱਚ। ਸਭ ਤੋਂ ਪਹਿਲਾਂ ਇਨਿਟਨੈਸ ਜੋ ਹੈ ਉਹ ਪੜ੍ਹਾਂਗੇ ਆਪਾਂ ਮਟੀਰੀਅਲ ਆਰਡਰ ਦੇ ਵਿੱਚ। ਮਟੀਰੀਅਲਸ ਦੇ ਵਿੱਚ ਕੀ ਹੁੰਦਾ ਆ? ਮਟੀਰੀਅਲਸ ਦੇ ਵਿੱਚ ਖ਼ਤਮ ਕੁਛ ਨਹੀਂ ਹੁੰਦਾ, ਕੋਈ ਵੀ ਚੀਜ਼ ਖ਼ਤਮ ਨਹੀਂ ਹੁੰਦੀ। ਮਤਲਬ ਮੰਨ ਲਓ ਐਗਜ਼ਾਮਪਲ ਦਿੰਦੀ ਹਾਂ ਕਿ ਕੋਲਾ ਆ, ਠੀਕ ਹੈ, ਕੋਲਾ ਹੈ ਆਪਣੇ ਕੋਲ, ਆਪਾਂ ਉਹਨੂੰ ਜਲਾਉਂਦੇ ਹਾਂ, ਪਹਿਲਾਂ ਆਪਾਂ ਕੋਲੇ ਨੂੰ ਚੰਗੀ ਤਰ੍ਹਾਂ ਦੇਖ ਪਾਉਂਦੇ ਹਾਂ, ਠੀਕ ਹੈ, ਫਿਰ ਉਹਨੂੰ ਆਪਾਂ ਜਲਾਉਂਦੇ ਹਾਂ। ਜਦੋਂ ਕੋਲਾ ਜਲ ਗਿਆ ਤਾਂ ਉਹਨੇ ਫਿਰ ਕਿਹਦੇ 'ਚ ਕਨਵਰਟ ਹੋ ਜਾਣਾ? ਐਸ਼ਿਜ਼ ਦੇ ਵਿੱਚ, ਠੀਕ ਹੈ, ਕਿਹਦੇ 'ਚ ਕਨਵਰਟ ਹੋ ਜਾਣਾ? ਐਸ਼ਿਜ਼ ਦੇ ਵਿੱਚ, ਰਾਖ ਬਣ ਜਾਣੀ ਉਹਦੀ। ਲੇਕਿਨ ਉਹਦੇ ਵਿੱਚ ਸਿਰਫ ਔਰ ਸਿਰਫ ਕਨਵਰਜਨ ਹੋਈ ਆ, ਕੋਲੇ ਤੋਂ ਐਸ਼ਿਜ਼ ਬਣੀਆਂ ਨੇ, ਉਹਦਾ ਵਜੂਦ ਖ਼ਤਮ ਨਹੀਂ ਹੋਇਆ, ਉਹਦੇ ਵਿੱਚ ਮਟੀਰੀਅਲ ਖ਼ਤਮ ਨਹੀਂ ਹੋਇਆ, ਠੀਕ ਹੈ, ਉਹਦੇ ਵਿੱਚ ਮਟੀਰੀਅਲ ਐਜ਼ ਇਟ ਇਜ਼ ਹੈ, ਹਜੇ ਵੀ ਉਹ ਐਗਜ਼ਿਸਟ ਕਰਦਾ ਹੈ, ਚਾਹੇ ਫੋਰਮ ਡਿਫਰੈਂਟ ਹੈ, ਚਾਹੇ ਐਸ਼ਿਜ਼ ਦੀ ਫੋਰਮ ਦੇ ਵਿੱਚ ਐਗਜ਼ਿਸਟ ਕਰਦਾ, ਲੇਕਿਨ ਐਗਜ਼ਿਸਟ ਕਰਦਾ ਹੈ, ਠੀਕ ਹੈ। ਐਗਜ਼ਿਸਟੈਂਸ ਜਿਹੜੀ ਹੈ ਉਹ ਇੱਦਾਂ ਹੀ ਰਹਿੰਦੀ ਹੈ, ਚੇਂਜ ਨਹੀਂ ਹੁੰਦੀ। ਦੈਟ ਇਜ਼ ਕਾਲਡ ਇਨਿਟਨੈਸ, ਠੀਕ ਹੈ। ਇਹ ਮਟੀਰੀਅਲ ਦੀ ਗੱਲ ਕੀਤੀ ਹੈ, ਇਸ ਲਈ ਮੈਂ ਤੁਹਾਨੂੰ ਕੋਲੇ ਦੀ ਐਗਜ਼ਾਮਪਲ ਦਿੱਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਪਲਾਂਟਸ ਦੇ ਵਿੱਚ। ਪਲਾਂਟਸ ਦੇ ਵਿੱਚ ਇਨਿਟਨੈਸ ਕਿੱਦਾਂ ਰਹਿੰਦੀ ਹੈ? ਪਲਾਂਟਸ ਜਿਹੜੇ ਨੇ ਹਮੇਸ਼ਾ ਗਰੋ ਕਰਦੇ ਰਹਿੰਦੇ ਨੇ ਅਗਰ ਉਹਨਾਂ ਨੂੰ ਕੱਟਿਆ ਨਾ ਜਾਵੇ। ਜਦੋਂ ਆਪਾਂ ਉਹਨਾਂ ਦਾ ਕੋਈ ਪਾਰਟ ਕੱਟ ਦਿੰਦੇ ਹਾਂ, ਠੀਕ ਹੈ, ਉੱਥੋਂ ਉਹ ਗਰੋਥ ਕਰਨਾ ਬੰਦ ਕਰ ਦਿੰਦੇ ਆ। ਲੇਕਿਨ ਕੁਝ ਪਲਾਂਟਸ ਇੱਦਾਂ ਦੇ ਨੇ ਜਿਨ੍ਹਾਂ ਨੂੰ ਕੱਟ ਵੀ ਦਿੱਤਾ ਜਾਏ ਫਿਰ ਦੁਬਾਰਾ ਤੋਂ ਗਰੋਥ ਸਟਾਰਟ ਹੋ ਜਾਂਦੀ ਹੈ ਉਹਨਾਂ ਦੀ। ਮਤਲਬ ਕਹਿਣ ਦਾ ਕਿ ਉਹ ਕੰਟੀਨਿਊਸਲੀ ਗਰੋ ਕਰਦੇ ਰਹਿੰਦੇ ਆ। ਇੱਦਾਂ ਨਹੀਂ ਆ ਕਿ ਪਲਾਂਟਸ ਜਿਹੜੇ ਨੇ ਉਹਨਾਂ ਦਾ ਵਜੂਦ ਖ਼ਤਮ ਹੋ ਗਿਆ, ਉਹਨਾਂ ਦੀ ਐਗਜ਼ਿਸਟੈਂਸ ਖ਼ਤਮ ਹੋ ਗਈ, ਠੀਕ ਹੈ। ਅਗਰ ਮੰਨ ਲਓ ਆਪਾਂ ਕਹੀਏ ਕਿ ਪਲਾਂਟਸ ਜਿਹੜੇ ਨੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ, ਪ੍ਰੋਪਰ ਏਅਰ ਨਹੀਂ ਮਿਲੀ, ਤਾਂ ਉਹ ਕੀ ਹੋ ਗਏ ਨੇ? ਉਹ ਖ਼ਤਮ ਹੋਣੇ ਸਟਾਰਟ ਹੋ ਗਏ ਨੇ, ਡਿਕੇ ਹੋਣ ਲੱਗ ਗਏ ਨੇ, ਗਲਣ ਸੜਨ ਲੱਗ ਗਏ ਨੇ ਪਲਾਂਟਸ। ਤਾਂ ਉਹ ਡਿਕੇ ਹੋ ਕੇ ਕੀ ਹੋ ਜਾਂਦੇ ਨੇ? ਫਿਰ ਵੀ ਉਹ ਰਹਿੰਦੇ ਨੇ, ਉਹਨਾਂ ਦੀ ਐਗਜ਼ਿਸਟੈਂਸ ਉਦੋਂ ਵੀ ਹੁੰਦੀ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਹੁਣ ਇਹ ਪਲਾਂਟ ਜਿਹੜਾ ਆ ਇਹ ਖ਼ਤਮ ਹੋ ਗਿਆ, ਇਹਦਾ ਕੁਛ ਨਾ ਕੁਛ ਪਾਰਟ ਹਮੇਸ਼ਾ ਰਹਿੰਦਾ ਆ, ਫਿਰ ਚਾਹੇ ਉਹ ਬਾਅਦ ਵਿੱਚ ਸੋਇਲ ਦੇ ਵਿੱਚ ਮਿਕਸ ਹੋ ਜਾਏ, ਠੀਕ ਹੈ, ਜਾਂ ਫਿਰ ਉਹ ਉੱਦਾਂ ਸੋਇਲ ਦੇ ਉੱਪਰ ਹੋਵੇ, ਲੇਕਿਨ ਉਹ ਹਮੇਸ਼ਾ ਰਹਿੰਦਾ ਹੀ ਆ।
ਇਨਿਟਨੈਸ ਦਾ ਮਤਲਬ ਇਹੀ ਹੈ ਕਿ ਉਹ ਰਹੇਗੀ ਹੀ ਰਹੇਗੀ। ਐਗਜ਼ਿਸਟੈਂਸ ਪਲਾਂਟ ਦੀ, ਮਟੀਰੀਅਲ ਦੀ, ਹਿਊਮਨ ਦੀ, ਐਨੀਮਲਸ ਦੀ ਕਦੇ ਵੀ ਖ਼ਤਮ ਨਹੀਂ ਹੁੰਦੀ। ਠੀਕ ਹੈ। एग्जाम्पल देखो कि इफ़ यू हैव अ प्लांट यू कैनॉट स्टॉप इट फ्रॉम ग्रोइंग। अगर तुहाडे कोल प्लांट है तुसी उहदी ग्रोथ नहीं रोक सकते, तुसी नहीं उहनूं ग्रो करन तो रोक सकते। इट विल कंटिन्यू टू रेस्पायर एंड कीप चेंजिंग इन दिस वे। द ओनली वे यू कैन स्टॉप इट फ्रॉम ग्रोइंग इज़ बाय कटिंग इट, बट वैन यू डू दैट इट सीजेस टू बिलोंग टू प्राणिक ऑर्डर, इंस्टैड डिकेज एंड दैन बिलोंग्स टू मटीरीयल ऑर्डर। यानी कि जो मान लो अगर डिके भी हो जाता है तो फिर उन्हें मटीरीयल ऑर्डर च कन्वर्ट हो जाना। जो वो डैड पार्ट ने, जो वो डैड होया प्लांट है ना, वो की हो गया, मटीरीयल बन गया। बेशक वो डैड हो गया लेकिन मटीरीयल बन गया। एग्जिस्टेंस वो ख़त्म फिर भी नहीं हुई। मटीरीयल भी तो एग्जिस्ट करता है ना, मटीरीयल भी एग्जिस्ट करता है ना। सो एग्जिस्टेंस ख़त्म नहीं होती प्लांट्स दी, मटीरियल दी। दी एग्जिस्टेंस एंड ग्रोथ टुगैदर आर इनिटनेस। ठीक है, ये गल हो गई प्लांट्स दी। हुण अपने कोल आंदे ने एनीमल्स। हुण एनीमल्स दे विच इनिटनेस किद्दां रहिंदी है? एनीमल्स भी ग्रो करते रहंदे ने हमेशा। एनिमल बॉडी इज़ अ डेवलपमेंट ऑफ द प्राणिक ऑर्डर एंड देयरफॉर दिस ऑर्डर इनहेरिट्स एंड द इनिटनेस ऑफ द प्रीवियस ऑर्डर, नेमली एग्जिस्टेंस एंड ग्रोथ। यानी कि एग्जिस्टेंस एनीमल दी भी है, ग्रोथ उन्हां दी भी है। ठीक है, की हुंदा है कि ऑल द यूनिट्स इन दिस ऑर्डर हैव द विल टू लिव इन आई। प्लांट्स दे विच विल टू लिव हुंदी है, हर एक चीज़ दे विच विल टू लिव हुंदी है, एक मटीरियल नूं छड्ड के। प्लांट्स विच भी विल हुंदी है लिव करन दी, जिंदा रहन दी। ठीक है, एनीमल्स विच भी और ह्यूमन विच भी, सारियां दे विच विल जिहड़ी है, मतलब जिंदा रहन दी इच्छा जो है वो हर एक च है। कोई भी मरना नहीं चाहता। ठीक है, अगर आप प्लांट्स नूं किते कट दिंदे हैं ना, उहदा कोई पार्ट, फिर तो स्टार्ट करता है ग्रोथ, उहदी फिर तो स्टार्ट हुंदी है। ठीक है, इदां ही एनीमल्स ने, इन्हां विच भी विल टू लिव हुंदी है, ये भी जिंदा रहना चाहते हैं। ठीक है, इट इज़ इंट्रिंसिक टू एवरी यूनिट इन दिस ऑर्डर। फॉर एग्जाम्पल, यू कैन नॉट सैपरेट दिस विल टू लिव फ्रॉम अ डॉग। डॉग है, मान लो आप ਉਹਦੇ ਵਿੱਚੋਂ जिंदा रहन ਦੀ ਇੱਛਾ जो है वो ख़त्म नहीं कर सकते। आप ਉਹਦੀ ਇੱਛਾ ਇਹ ख़त्म नहीं कर सकते। दिस विल टू लिव इन द डॉग इज़ इन आई। ਉਹਦੇ ਵਿੱਚ ਵੀ आई है, ਉਹਦੇ ਵਿੱਚ ਵੀ सैल्फ है। अगर एनीमल्स ਦੇ ਵਿੱਚ बॉडी है तो ਉਹਨਾਂ ਵਿੱਚ भी सैल्फ है, ਉਹਨਾਂ ਦੇ ਵਿੱਚ भी विल टू लिव है, जिंदा रहन ਦੀ ਇੱਛਾ है। ठीक है, बेशक बॉडी विच नहीं है लेकिन आई विच है, सैल्फ विच तो है, जिद्दां अपने कोल है। ठीक है, ऑन दी वन हैंड द फंडामेंटल पार्टिकल्स द बॉडी इज़ मेड अप ऑफ कैन नॉट सीज टू एग्जिस्ट एंड द लिव बॉडी कैन नॉट स्टॉप पल्सेटिंग। ऑन दी अदर हैंड द विल टू लिव कैन नॉट बी सैपरेटेड फ्रॉम आई। जिद्दां ही बॉडी दे विच ग्रोथ करन दी कह लो पावर जिहड़ी है वो ख़त्म नहीं हुंदी। हुण आपां पहलां छोटे सी, फिर वड्डे होए, फिर वड्डे होए, फिर वड्डे होए, आपां वधदे रहंदे आ। ठीक है, वड्डे हुंदे रहंदे आ, अपनी ग्रोथ हुंदी रहिंदी है। इदां ही बॉडी दे विच फंक्शनस चेंज हुंदे रहिंदे ने, मैकेनिज़म्स चेंज हुंदे रहिंदे ने, वो भी एक ग्रोथ दा ही पार्ट है। जे बॉडी दे विच ग्रोथ कंटीन्यूअसली हुंदी रहिंदी है तो सैल्फ विच भी ग्रोथ कंटीन्यूअसली हुंदी रहिंदी है। और ये सिर्फ ह्यूमन नहीं, एनीमल्स विच भी है। ठीक है, तो उन्हां दी जिहड़ी जिंदा रहन दी इच्छा है वो भी ख़त्म नहीं हुंदी ते उन्हां दी एग्जिस्टेंस भी ख़त्म नहीं हुंदी एनीमल्स दी। ओके, लास्ट सेंटेंस च बोलते हैं कि द विल टू लिव इज़ कॉल्ड, जीने की आशा। जीने की आशा मतलब जिंदा रहन दी इच्छा हर एक चा, कोई भी नहीं मरना चाहता। लेकिन इन्हां दे विच सिर्फ विल टू लिव है एनीमल्स दे विच। हुण आपां ह्यूमनस दे विच पढ़ांगे। हुण तुसीं इदां सोचदे होवोगे कि ह्यूमनस दे विच विल टू लिव किते नहीं हैगे क्योंकि सुसाइड हो रहे ने ना, तो कोई नहीं जिंदा रहना चाहुंदे।
तो ये एक डिफरेंस आ जाता है ह्यूमन बीइंग दे विच ते एनीमल्स दे विच। ये हुण आपां ह्यूमन दे विच पढ़दे हां। देखो इनेटनैस ऑफ ह्यूमन बीइंग च की है, एग्जिस्टेंस अपनी भी है, ग्रोथ अपनी भी हुंदी है एनीमल्स दे वांगू, ठीक है। विल टू लिव ह्यूमन बीइंग दे विच भी है, साडे विच भी है, राइट। लेकिन फ़र्क इन्ना आ एनीमल्स दे नालों ते अपने दे विच, फ़र्क ये आ कि आपां हैप्पीनैस दे नाल जीना चाहुंदे हां। वी वॉन्ट टू लिव विद हैप्पीनैस। ਜਦੋਂ हैप्पीनैस नहीं होंदी फिर अपनी जड़ी जीने की आशा जो ये कह रहे हैं विल टू लिव वो ख़त्म होंदी है। सुसाइड हमेशा ਉਹੀ ਕਰਦੇ ਨੇ ना जिन्हां दी लाइफ च हैप्पीनैस नहीं होंदी, ठीक है। तो इसलिए उन्हां दे विच विल टू लिव ख़त्म हो जाती है। तो ये फ़र्क है एनीमल्स दे विच और ह्यूमन बीइंग दे विच। एग्जाम्पल चलो मैं तुहानूं दिन्नी है फिर तुसीं ज़्यादा क्लीयरली समझ जाओगे। मान लो तुसी खाना दिंदे हो एनीमल, मान लो तुसी डॉग रखा है घर, ठीक है। तुसी उन्होंने डेली टाइम ते खाना दिंदे हो, 3 टाइम ते, और एक फिक्स टाइम है, ठीक है। सवेर नूं देना है, दोपहर नूं भी देना है, रात नूं भी देना है, राइट। हुण एक फिक्सड खाना है, ठीक है। रोटी है, मान लो रोटी दिंदे हो तो उन्हें की करना है, तुसी सवेर नूं उन्होंने रोटी दित्ती, डॉग ने खा ली, दोपहर नूं दित्ती वो भी खा ली, शाम नूं दित्ती उन्हें वो भी खा ली। उन्हें कदे भी कुछ डिमांड नहीं करना तुहाडे तो। ਉਹਦੇ ਲਈ सिर्फ यही है कि सिर्फ जिंदा रहना है, तो जिंदा रहने ਲਈ सिर्फ खाना है एंड दैट्स इट। एनीमल्स ਦੇ ਵਿੱਚ ਇੱਦਾਂ ਤੇ ਨਹੀਂ ਹੈ ਨਾ, ਉਹ ਇਹ ਤੇ ਨਹੀਂ ਕਹਿੰਦਾ ਕਿ ਮੈਨੂੰ ਆਹ ਚੀਜ਼ ਲੈ ਕੇ ਦਿਓ। ਡਿਜ਼ਾਇਰਸ ਤੇ ਨਹੀਂ ਹੈਗੀਆਂ ਨਾ ਉਹਨਾਂ ਦੇ ਵਿੱਚ, ਉਹਦੇ ਵਿੱਚ ਹੈਪੀਨੈਸ ਦੀ ਕੋਈ ਉਹ ਤੇ ਨਹੀਂ ਹੈਗੀ ਡਿਜ਼ਾਇਰ ਕਿ ਮੈਨੂੰ ਖੁਸ਼ ਰੱਖੋ, ਮੈਨੂੰ ਖੁਸ਼ ਰਹਿਣਾ ਆ। ਕੋਈ ਵੀ ਐਨੀਮਲ ਇੱਦਾਂ ਤੇ ਨਹੀਂ ਕਰਦਾ ਨਾ, क्योंकि ਉਹਦੇ ਵਿੱਚ ਸਿਰਫ ਵਿਲ ਟੂ ਲਿਵ ਹੈ। ਲੇਕਿਨ ਹਿਊਮਨ ਬੀਇੰਗ ਇੱਦਾਂ ਕਰਦਾ ਹੈ, ਹਿਊਮਨ ਬੀਇੰਗ ਨੂੰ ਖਾਣਾ ਵੀ ਚਾਹੀਦਾ ਹੈ ਲੇਕਿਨ ਟੇਸਟੀ ਚਾਹੀਦਾ ਹੈ। ਹਿਊਮਨ ਬੀਇੰਗ 'ਚ ਸਿਰਫ ਇੱਦਾਂ ਨਹੀਂ ਹੈ ਕਿ ਚਲੋ ਅਸੀਂ ਜੀਣਾ ਹੈ ਤਾਂ ਖਾਣਾ ਹੈ ਬਸ ਜੋ ਹੈਗਾ ਖਾ ਲਈਏ, ਇਹਦੇ ਨਾਲ ਜ਼ਿੰਦਾ ਰਹਿ ਲਈਏ, ਨਹੀਂ। ਆਪਾਂ ਨੂੰ ਖਾਣਾ ਵੀ ਚਾਹੀਦਾ ਆ, ਫੂਡ ਵੀ ਚਾਹੀਦਾ, ਲੇਕਿਨ ਟੇਸਟ ਵੀ ਦੇਖਣਾ ਆਪਾਂ ਉਹਦਾ, ਠੀਕ ਹੈ। ਆਪਾਂ ਨੂੰ ਕਲੋਥਸ ਵੀ ਚਾਹੀਦੇ ਨੇ, ਲੇਕਿਨ ਆਪਾਂ ਉਹਨਾਂ ਨੂੰ ਇਹ ਵੀ ਦੇਖਣਾ ਹੈ ਕਿ ਉਹ ਸਾਡੇ 'ਤੇ ਸੂਟ ਕਰਦੇ ਨੇ ਕਿ ਨਹੀਂ। फिर आपां नूं शैल्टर भी चाहिए, लेकिन फिर आपां देखना भी है कि वो सोहना है घर साडा कि नहीं। यानी कि अगर खाना आपां नूं मिल गया और वो टेस्टी है तो आपां हैप्पी, अगर नहीं टेस्टी तो आपां अनहैप्पी, ह्यूमन बीइंग अनहैप्पी। अगर क्लोथ्स मिल गए अपनी पसंद दे मिल गए तो वो हैप्पी, आपां फिर हैप्पी हो गए, जे नहीं तो फिर नहीं। तो ਇਹਦਾ मतलब की हो गया कि ਅਸੀਂ जिंदा भी रहना चाਹੁੰਦੇ ਹਾਂ लेकिन हैप्पीनैस ਦੇ ਨਾਲ, ठीक है। सो ये एक डिफरेंस है ह्यूमन बीइंग ते एनीमल्स ਦੇ लिविंग ਦੇ ਵਿੱਚ कि एनीमल्स ਨੂੰ हैप्पीनैस ਨਾਲ इस चीज़ ਦਾ डिज़ायर्स ਦੇ ਨਾਲ ਇਹਨਾਂ ਨਾਲ कोई मतलब नहीं है, लेकिन ह्यूमन बीइंग ਨੂੰ ਇਹ सब कुछ चाहिए है। तो जे हैप्पीनैस नहीं हैगी फिर विल टू लिव भी खत्म हो जाती है। जे हैप्पीनैस है तो ही विल टू लिव है, तो ही जिंदा रहंदे आ, नहीं तो नहीं। समझ गए सारे, समझ गए ये वाले टॉपिक। हाँ जी, सारे नू समझ लग गया। ओके, अपने कोल नैक्सट हैगा नैचुरल करैक्टरिस्टिक्स, जिन्हों कहते हैं सुभाव, नेचर, ठीक है। वो आपां कर लीए, हुण टाइम है अपने कोल। चलो कल करांगे। आई होप तुहानूं लैक्चर सारा समझ आ गया होवे। 3 ऑर्डर्स कर ले ने, चौथा जिहड़ा आ वो फिर हुण आपां नैक्सट लैक्चर यानी कि कल करांगे। ओके, चलो अटेंडेंस बोलो पहला।